अस्सलाम वालेकुम व्यूअर्स, आज हम जा रहे हैं लाहौर से नारोवाल करतारपुर डेरा साहिब गुरुद्वारा और हमें तकरीबन 2 घंटे लग जाएंगे वहाँ पे पहुँचते पहुँचते। इस वक्त मैं अपनी फैमिली के साथ हूँ, ये मेरे बच्चे और ये मेरे हस्बैंड। इस वक्त हम रैया ख़ास के एक छोटे से गांव में मौजूद हैं और थोड़ी देर के लिए हम यहाँ स्टे करेंगे और उसके बाद हम निकल रहे हैं करतारपुर राहदारी डेरा साहिब के लिए। ਉਹ ਵੀ ਜਿੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ ਗਲੀਆਂ ਤੇ ਮਹਿੰਦੀ ਨਾ ਲਗਵਾਉਂਦੀ ਹੋਣੀਆਂ ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਗੱਲ ਸੁਣ ਲੈ ਕੀ ਓਏ ਮੈਨੂੰ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਪਿੰਡ ਨਾਰੋਵਾਲ ਦੀ ਜ਼ਿਲ੍ਹਾ ਸ਼ਕਰਗੜ੍ਹ ਦੇ ਛੋਟੇ ਜਿਹੇ ਗਾঁव ਵਿੱਚ ਵਾਕਿਆ ਹੈ। ਇਹ ਗੁਰਦੁਆਰਾ ਲਾਹੌਰ ਤੋਂ ਤਕਰੀਬਨ 120 ਕਿਲੋਮੀਟਰ ਦੇ ਫਾਸਲੇ ਤੇ ਦਰਿਆ ਰਾਵੀ ਦੇ ਕਿਨਾਰੇ ਉੱਤੇ ਵਾਕਿਆ ਹੈ, ਜਦਕਿ ਇੰਡੀਆ ਤੋਂ ਸਿਰਫ 4 ਕਿਲੋਮੀਟਰ ਦੀ ਥਾਂ ਤੇ ਦੂਰੀ ਹੈ। ਦਰਿਆ ਰਾਵੀ ਦੀ ਮਗਰਬੀ ਸਰਹੱਦ ਪਾਕਿਸਤਾਨ ਦੇ ਨਾਲ, ਜਦਕਿ ਮਸ਼ਰਕੀ ਸਰਹੱਦ ਇੰਡੀਆ ਤੋਂ ਮੁਲਹਿਕਾ ਹੈ। ਇਲਾਕਾ ਨਾਰੋਵਾਲ ਦੀ ਬਾਰੀਕ ਤੇ ਲੰਮੀਆਂ ਸੜਕਾਂ ਤੇ ਹੁੰਦੇ ਹੋਏ ਗੁਰਦੁਆਰੇ ਦੇ ਕਰੀਬ ਲੱਗੇ ਬੋਰਡ ਦੂਰੋਂ ਵਿਖਾਈ ਦਿੰਦੇ ਨੇ। ਰਫਤਾ ਪੁਲਿਸ ਚੌਕੀਆਂ ਤੇ ਚੈੱਕ ਪੋਸਟਾਂ ਤੁਹਾਨੂੰ ਕਲੀਅਰੈਂਸ ਲਈ ਓਕੇ ਕਰਕੇ ਅੱਗੇ ਜਾਣ ਦੇਣਗੀਆਂ। ਇਹੀ ਉਹ ਜਗ੍ਹਾ ਹੈ ਜਿੱਥੇ ਸ਼ਟਲ ਸਰਵਿਸ ਤੁਹਾਨੂੰ ਹੋਰ ਅੱਗੇ ਗੁਰਦੁਆਰੇ ਤੱਕ ਲੈ ਜਾਏਗੀ। ਪਰ ਚੁੱਕੇ ਅਸੀਂ ਪ੍ਰੋਟੋਕੋਲ ਲੈ ਕੇ ਜਾ ਰਹੇ ਸਾਂ, ਇਸ ਲਈ ਅਸੀਂ ਐਨ ਕਰਤਾਰਪੁਰ ਦੇ ਅੱਗੇ ਬਣੀ ਹੋਈ ਪਾਰਕਿੰਗ ਤੇ ਆਪਣੀ ਗੱਡੀ ਖਿਲਾਰੀ। ਇਸ ਸਟੇਜ ਤੇ ਸਾਡਾ ਐਕਸਾਈਟਮੈਂਟ ਲੈਵਲ ਡਾਢਾ ਉੱਚਾ ਸੀ ਕਿਉਂਕਿ ਗੁਰਦੁਆਰਾ ਬਣਿਆ 2 ਸਾਲ ਲੰਘ ਗਏ ਸਨ ਤੇ ਅਸੀਂ ਹਲੇ ਤੱਕ ਗੁਰਦੁਆਰੇ ਦੀਆਂ ਤਾਰੀਫਾਂ ਹੀ ਸੁਣੀਆਂ ਸੀ ਪਰ ਵੇਖਿਆ ਨਹੀਂ ਸੀ। ਪਾਰਕਿੰਗ ਦੇ ਬਾਅਦ ਸਭ ਤੋਂ ਪਹਿਲਾਂ ਦਰਸ਼ਨ ਦਿਉੜੀ ਆਂਦੀ ਹੈ। ਇਸ ਮੁਕਾਮ ਤੇ ਯਾਤਰੀਆਂ ਕੋਲ ਆਪਣਾ ਆਈਡੀ ਕਾਰਡ ਤੇ ਬਾਹਰੋਂ ਆਉਣ ਵਾਲੇ ਜੀਆਂ ਕੋਲ ਉਹਨਾਂ ਦਾ ਪਾਸਪੋਰਟ ਹੋਣਾ ਲਾਜ਼ਮੀ ਹੈ। ਆਉਣ ਵਾਲੇ ਜ਼ਾਇਰੀਨ ਨੂੰ ਦਰਸ਼ਨ ਦਿਉੜੀ ਦੇ ਕੋਲ ਬਾਇਓਮੈਟ੍ਰਿਕ ਰਜਿਸਟ੍ਰੇਸ਼ਨ ਦੇ ਬਾਅਦ ਇੱਕ ਵਿਜ਼ਿਟਿੰਗ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਹੜਾ ਥਰੂ ਆਊਟ ਵਿਜ਼ਿਟ ਉਹਨਾਂ ਨੂੰ ਆਪਣੇ ਗਲੇ 'ਚ ਪਾ ਕੇ ਰੱਖਣਾ ਪੈਂਦਾ ਹੈ। ਪਾਕਿਸਤਾਨੀ ਸ਼ਹਿਰੀਆਂ ਵਾਸਤੇ ਸਬਜ਼ ਤੇ ਫੋਰਨਰਸ ਵਾਸਤੇ ਨਾਰੰਗੀ ਰੰਗ ਦਾ ਕਾਰਡ ਜਾਰੀ ਕੀਤਾ ਜਾਂਦਾ ਹੈ। ਦਰਸ਼ਨ ਦਿਉੜੀ ਵਿੱਚ ਗੁਰਦੁਆਰੇ ਦੇ तमाम ਮੁਕਾਮਾਂ ਦੇ ਮਾਡਲ ਵੀ ਰੱਖੇ ਗਏ ਨੇ। ਗੁਰਦੁਆਰੇ ਦੇ ਸੇਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਜੁੱਤੇ ਬਾਹਰ ਉਤਾਰਨ ਪੈਣਗੇ ਤੇ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਢੱਕਣਾ ਪਏਗਾ। ਇਹ ਸਾਰੀ ਕਾਰਵਾਈ ਤੋਂ ਫਾਰਿਗ ਹੋਣ ਦੇ ਬਾਅਦ ਅਗਲਾ ਮਰਹਲਾ ਗੁਰਦੁਆਰੇ ਦੇ ਮਰਕਜ਼ੀ ਸੇਨ ਵਿੱਚ ਆਪੜਨ ਦਾ ਹੈ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਿੱਖ ਮਜ਼ਹਬ ਤੋਂ ਤਾਲੁਕ ਰੱਖਣ ਵਾਲਿਆਂ ਦਾ ਕਿਬਲਾ ਤੇ ਕਾਬਾ ਇਹੋ ਹੀ ਹੈ। ਇਹ ਕੀ ਜਜ਼ਬਾ ਹੈ ਤੇ ਇਹ ਕੀ ਅਹਿਸਾਸ ਹੈ, ਕਿਸੇ ਸਿੱਖ ਭੈਣ ਭਰਾ ਤੋਂ ਵੱਧ ਕੇ ਹੋਰ ਕੋਈ ਨਹੀਂ ਦੱਸ ਸਕਦਾ। ਉੱਤੇ ਨੀਲਾ ਆਸਮਾਨ, ਥੱਲੇ ਚਮਕਦਾ ਸਫੇਦ ਸੰਗਮਰਮਰ ਇੱਥੇ ਆਉਣ ਵਾਲਿਆਂ ਨੂੰ ਪੁਰਸਕੂਨ ਕਰ ਦਿੰਦਾ ਹੈ। ਉੱਤਿਆਂ ਲੈ ਕਰ ਥੱਲੇ ਤੱਕਰ 4 ਚਵੇਰੇ ਸਫੇਦ ਰੰਗ ਵਿੱਚ ਡੁੱਬੀ ਇਹ ਇਮਾਰਤ ਸਿੱਖਾਂ ਵਾਸਤੇ ਇਬਾਦਤ ਦੇ ਨਾਲ ਸ਼ਾਂਤੀ ਤੇ ਸਕੂਨ ਦੀ ਜਗ੍ਹਾ ਵੀ ਹੈ। ਡਾਕਟਰ ਨਮੀਤ ਕੌਰ ਹੈ ਔਰ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਪੰਜਾਬ ਤੋਂ ਆਏ ਹਾਂ ਔਰ ਇੱਥੇ ਇਮੀਗ੍ਰੇਸ਼ਨ ਦਾ ਪ੍ਰੋਸੈਸ ਬਹੁਤ ਅੱਛਾ ਸੀਗਾ। ਗੁਰਦੁਆਰੇ ਦੇ ਵਿੱਚ ਦਰਸ਼ਨ ਕਰਕੇ ਇੰਨਾ ਸਕੂਨ ਮਿਲਿਆ, ਬਹੁਤ ਹੀ ਮਨ ਜਿਹੜਾ ਉਹ ਸੰਤੁਸ਼ਟ ਹੋ ਗਿਆ। ਔਰ ਇੱਕ ਅਸੀਂ ਤੇ ਜਦੋਂ ਲੋਕਡਾਊਨ ਹੋਣਾ ਸੀਗਾ ਨਾ, ਉਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਸੀ ਉਹ ਅਪਲਾਈ ਕੀਤਾ ਸੀਗਾ, ਬਟ ਅਨਫੋਰਚੂਨੇਟਲੀ ਸਾਡੇ ਆਉਣ ਤੋਂ 2-3 ਦਿਨ ਪਹਿਲਾਂ ਜਿਹੜਾ ਲੋਕਡਾਊਨ ਲੱਗ ਗਿਆ ਔਰ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਗਏ ਸੀਗੇ ਕਿ ਹੁਣ ਕੀ ਹੋਏਗਾ। ਔਰ ਜਦੋਂ ਹੁਣ ਸਾਨੂੰ ਪਤਾ ਲੱਗਿਆ ਕਿ ਓਪਨ ਹੋ ਰਿਹਾ ਔਰ ਅਸੀਂ ਜਲਦੀ ਜਿਹੜਾ ਹੀ ਅਪਲਾਈ ਕੀਤਾ ਕਿ नहीं ਅਸੀਂ ਜਾ ਕੇ ਹੁਣ ਜਿਹੜੇ ਉਹ ਦਰਸ਼ਨ ਕਰਕੇ ਆਉਣੇ ਆ ਗੁਰਦੁਆਰਾ ਸਾਹਿਬ ਦੇ। जी हाँ, मेरा नाम जसतेजप्रीत है। मैं यहाँ पे डेरा बाबा नानक से 10 किलोमीटर दूर मेरा गांव है लाला नंगल और मैं यहाँ पे अपने मम्मी पापा और दादी जी के साथ आया हूँ
और बहुत ही अच्छा लगा मुझे यहाँ पर आकर। बहुत ही अच्छे से पाकिस्तान के जो लोग हैं, ऐसा लगा ही नहीं कि हम दूसरे देश में हैं, ऐसा लग रहा है कि अपने ही लोग हैं। ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ, ਪਰ ਮੈਨੂੰ ਲੱਗਦਾ ਕਿ ਜਿਹੜੇ ਸਰਕਾਰਾਂ ਦੀ ਨਾਕਾਮੀ ਜਿਹੜੀਆਂ ਦੋ ਦੇਸ਼ਾਂ ਵਿੱਚ ਵੰਡੀ ਪਾ ਦਿੱਤੀ ਹੈ, ਨਹੀਂ ਪੈਣੀ ਚਾਹੀਦੀ ਤੇ ਦੋਵੇਂ ਮੁਲਕਾਂ ਦੇ ਵਿੱਚ ਮਿਲਵਰਤਨ ਤੇ ਸਦਾ ਰਹਿਣਾ ਚਾਹੀਦਾ। ਕਿਹਾ ਜਾਂਦਾ ਹੈ ਪਈ 1521 ਵਿੱਚ ਸਿੱਖ ਮਜ਼ਹਬ ਦੇ ਬਾਨੀ ਤੇ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਮੁਕਾਮ ਤੇ ਆਪਣੇ, ਉਹਨਾਂ ਨੇ ਸਿੱਖ ਮਜ਼ਹਬ ਦੀ ਪਹਿਚਾਣ ਵਾਸਤੇ ਇਸ ਜਗ੍ਹਾ ਨੂੰ ਕਰਤਾਰਪੁਰ ਸਾਹਿਬ ਦਾ ਨਾਂ ਦਿੱਤਾ ਤੇ ਇੱਕ ਨਗਰ, ਇੱਕ ਪਿੰਡ ਇੱਥੇ ਵਸਾਇਆ। 22 ਸਤੰਬਰ 1529 ਵਿੱਚ ਵਾਹਿਗੁਰੂ ਨਾਨਕ ਜੀ ਇਸ ਮੁਕਾਮ ਉੱਤੇ ਹੀ ਦੁਨੀਆ ਤੋਂ रुखसत हो गए सन। ये वो मुकाम है जहाँ पर वो पर्दा फरमा गए थे और फिर इसके बाद मुसलमानों और सिखों में ये झगड़ा हुआ कि कौन उनकी डेड बॉडी को लेगा। इसके बाद उन्होंने फैसला किया कि सुबह आकर इस चीज़ का फैसला किया जाएगा कि गुरु नानक जी की डेड बॉडी किस सेक्ट के हवाले की जाएगी। जब वो सुबह पहुँचे तो पता चला कि डेड बॉडी जो थी वो गायब हो गई और सिर्फ चादर जो उनकी डेड बॉडी के ऊपर दी गई थी वो पड़ी रह गई और उसके ऊपर चंद फूल थे जो पड़े रह गए। तो फैसला ये किया गया कि मुसलमान और सिख दोनों आधी आधी चादर ले लेंगे और आधे आधे फूलों को ले लेंगे। तो मुसलमानों के हिस्से चादर का जो हिस्सा आया, फूलों का जो हिस्सा आया, वो इधर आप मेरे बैकग्राउंड में देख रहे हैं, वो इस जगह पे रखे गए, जबकि सिखों ने उनकी चादर और फूलों को इस बिल्डिंग के अंदर दफनाया। ਮੁਸਲਮਾਨਾਂ ਦਾ ਬਣਾਇਆ ਹੋਇਆ ਮਜ਼ਾਰ ਤੇ ਸਿੱਖਾਂ ਦੀ ਬਣਾਈ ਹੋਈ ਸਮਾਧ ਇਸਤਹਾਨ ਅੱਜ ਵੀ ਗੁਰਦੁਆਰੇ 'ਚ ਨਾਲ ਹੀ ਆਬਾਦ ਹੈ। ਦੋਵੇਂ ਮਜ਼ਾਹਬ ਦੇ ਲੋਕੀ ਇੱਥੇ ਆਉਂਦੇ ਨੇ ਤੇ ਅਕੀਦਤ ਤੇ ਇਹਤਰਾਮ ਦੇ ਨਾਲ ਹਾਜ਼ਰੀ ਦਿੰਦੇ ਨੇ। ਗੁਰੂ ਨਾਨਕ ਜੀ ਜਿੱਥੇ ਸਿੱਖਾਂ ਦੇ ਗੁਰੂ ਸਨ, ਉੱਥੇ ਹੀ ਮੁਕਾਮੀ ਮੁਸਲਮਾਨਾਂ ਵਾਸਤੇ ਬਰਗਜ਼ੀਦਾ ਬਜ਼ੁਰਗ ਵੀ ਸਨ। ਗੁਰਦੁਆਰਾ ਦਾ ਅੰਦਰ ਹੋਏ ਜਾਂ ਬਾਹਰ, ਦੋਨੋਂ ਮੁਕਾਮਾਂ ਤੇ ਸਿੱਖ ਯਾਤਰੀ ਬਾਬਾ ਗੁਰੂ ਨਾਨਕ ਦੇ ਕੁਰਬ ਤੇ ਅਹਿਸਾਸ ਨੂੰ ਆਪਣੀ ਖੁਸ਼ਕਿਸਮਤੀ ਤਸੱਵੁਰ ਕਰਦੇ ਨੇ। ਗੁਰੂ ਨਾਨਕ ਸਾਹਿਬ ਦਾ ਇਹ ਫਲਸਫਾ ਸੀ ਕਿ ਸਮੁੱਚੀ ਮਨੁੱਖਤਾ ਦਾ ਸਮੁੱਚੀ ਮਨੁੱਖਤਾ ਨੂੰ ਆਪਣੇ ਇੱਕ ਕਲਾਵੇ ਵਿੱਚ ਲੈਣਾ, ਚਾਹੇ ਉਹ ਕਿਸੇ ਵੀ ਮਜ਼ਹਬ ਨਾਲ, ਚਾਹੇ ਹਿੰਦੂ ਮਜ਼ਹਬ ਨਾਲ ਸੰਬੰਧ ਰੱਖਦਾ, ਚਾਹੇ ਮੁਸਲਮਾਨ ਨਾਲ ਸੰਬੰਧ ਰੱਖਦਾ ਹੋਵੇ, ਚਾਹੇ ਈਸਾਈ ਮਜ਼ਹਬ ਨਾਲ ਸੰਬੰਧ ਰੱਖਦਾ। ਦੂਸਰੇ ਮਜ਼ਹਬ ਦੇ ਲੋਕ ਨੇ, ਸਭ ਨੂੰ ਉਹਨਾਂ ਨੇ ਪਿਆਰ ਕੀਤਾ। ਔਰ ਤੁਸੀਂ ਗੁਰਬਾਣੀ ਪੜ੍ਹੋਗੇ ਉਹਦੇ ਵਿੱਚ ਆਉਂਦਾ ਵੀ ਆ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਾ ਗੁਰਜਾ ਕੌਣ ਭਲੇ ਕੋ ਮੰਦੇ। ਔਰ ਮੱਕੇ ਮਦੀਨੇ ਵੀ ਗੁਰੂ ਨਾਨਕ ਸਾਹਿਬ ਗਏ, ਔਰ ਜਦੋਂ ਮੱਕੇ ਮਦੀਨੇ ਗਏ ਨੇ ਉਦੋਂ ਆਪਣੇ ਉਹਨਾਂ ਜਿਸ ਤਰ੍ਹਾਂ ਜਾਣ ਦਾ ਜੋ ਢੰਗ ਸੀ ਉਹ ਫਲਸਫਾ ਅਪਣਾਇਆ। ਗੁਰਦੁਆਰੇ ਵਿੱਚ ਇੱਕ ਮੁਕੱਦਸ ਤਾਲਾਬ ਯਾਨੀ ਸਰੋਵਰ ਸਾਹਿਬ ਵੀ ਮੌਜੂਦ ਹੈ, ਜਿੱਥੇ ਸਿੱਖ ਯਾਤਰੀ ਅੰਮ੍ਰਿਤ ਦੇ ਵੇਲੇ ਇਸ਼ਨਾਨ ਕਰਦੇ ਨੇ। ਸਰੋਵਰ ਸਾਹਿਬ ਦੀ ਗਹਿਰਾਈ 18 ਫੁੱਟ ਦੱਸੀ ਜਾਂਦੀ ਹੈ। ਗੁਰਦੁਆਰਾ ਡੇਰਾ ਸਾਹਿਬ ਵਿੱਚ ਇੱਕ ਸ਼ੋਕੇਸ ਦੇ ਅੰਦਰ ਬੰਬ ਦਾ ਗੋਲਾ ਵੀ ਰੱਖਿਆ ਗਿਆ ਹੈ, ਜਿਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੁਆਜਜ਼ਾ ਮਨਸੂਬ ਕੀਤਾ ਜਾਂਦਾ ਹੈ। इस वक्त आप मेरे बैकग्राउंड में एक शोकेस के अंदर बम का एक टुकड़ा देख सकते हैं। कहा यह जाता है कि जब 1971 की वॉर हुई तो इंडियन एयरफोर्स ने बम का गोला इस मुकाम पर फेंका ताकि इस जगह को तबाह बर्बाद कर दिया जाए, लेकिन कहा यह जाता है कि इस कुएं ने इस बम को कैच कर लिया और गुरुद्वारा को तबाही से बचा लिया। ਗੁਰਦੁਆਰੇ ਅੰਦਰ 3 ਖੂਹ ਵੀ ਮੌਜੂਦ ਨੇ, ਪਰ ਸਭ ਤੋਂ ਮਸ਼ਹੂਰ ਖੂਹ ਇਹੋ ਹੀ ਹੈ। ਇਸ ਖੂਹ ਦੇ ਪਾਣੀ ਨੂੰ ਹੁਣ ਮਾਡਰਨ ਅੰਦਾਜ਼ ਵਿੱਚ ਆਪਰੇਟ ਕਰਕੇ ਗੁਰੂ ਜੀ ਦੇ ਨਾਲ ਪਾਕ ਤੇ ਪਵਿੱਤਰ ਪਾਣੀ ਨੂੰ ਮਨਸੂਬ ਕਰਕੇ ਸਿੱਖਾਂ ਵਾਸਤੇ ਇਹਦੀ ਸਪਲਾਈ ਮੁਮਕਿਨ ਬਣਾਈ ਜਾ ਰਹੀ ਹੈ। ਇਸ ਖੂਹ ਦਾ ਮੁਕਾਮ ਸਿੱਖ ਮਜ਼ਹਬ ਵਿੱਚ ਡਾਢਾ ਉੱਚਾ ਹੈ। ਇੱਕ ਰਵਾਇਤ ਦੇ ਮੁਤਾਬਿਕ ਬਾਬਾ ਵਾਹਿਗੁਰੂ 550 ਵਰਿਆਂ ਪਹਿਲਾਂ ਇਸ ਖੂਹ ਦੇ ਪਾਣੀ ਤੋਂ ਹੀ ਆਪਣੇ ਖੇਤ ਖਲਿਆਣਾਂ ਨੂੰ ਸੈਰਾਬ ਕਰਦੇ ਸਨ। ਗੁਰਦੁਆਰੇ ਵਿੱਚ ਆਉਣ ਵਾਲਿਆਂ ਵਾਸਤੇ ਬਗੈਰ ਕਿਸੇ ਮਜ਼ਹਬ ਤੇ ਜ਼ਾਤ ਪਾਤ ਦੀ ਤਫਰੀਕ ਦੇ ਲੰਗਰ ਦਾ ਇਹਤਮਾਮ ਵੀ ਕੀਤਾ ਗਿਆ ਹੈ, ਜਿੱਥੇ ਮੁਖਤਲਿਫ ਮਜ਼ਾਹਬ ਤੋਂ ਤਾਲੁਕ ਰੱਖਣ ਵਾਲੇ ਅਫਰਾਦ ਬਗੈਰ ਕਿਸੇ ਤਫਰੀਕ ਤੋਂ ਪੇਟ ਭਰ ਕੇ ਲੰਗਰ ਖਾ ਸਕਦੇ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਤਰੂਕਾ ਵਕਫ ਇਮਲਾਕ ਬੋਰਡ ਪਾਕਿਸਤਾਨ ਦੇ ਇਸ਼ਤਰਾਕ ਦੇ ਨਾਲ ਕਾਇਮ ਕੀਤੇ ਗਏ ਲੰਗਰ ਵਿੱਚ ਹਜ਼ਾਰਾਂ ਲੋਕੀ ਇੱਕ ਦਿਨ ਵਿੱਚ ਖਾਣਾ ਖਾਂਦੇ ਨੇ। ਸਿੱਖ ਮਜ਼ਹਬ ਵਿੱਚ ਗੋਸ਼ਤ ਨਹੀਂ ਖਾਇਆ ਜਾਂਦਾ, ਇਸ ਲਈ ਲੰਗਰ ਵਿੱਚ ਸਿਰਫ ਦਾਲ, ਸਬਜ਼ੀਆਂ, ਰੋਟੀ ਤੇ ਚਾਵਲ ਯਾਤਰੀਆਂ ਦੀ ਸੇਵਾ ਲਈ ਪੇਸ਼ ਕੀਤੇ ਜਾਂਦੇ ਨੇ। इस वक्त मैं लंगर खाने में मौजूद हूँ और देखिए खाने का थाल मेरे सामने है। चावल है, सब्ज़ी है, दाल है, क्योंकि ये लोग वेजिटेरियन होते हैं। इनका खाना जो है इसमें गोश्त का कोई एलिमेंट दूर दूर तक नहीं है। सिख मज़हब ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੰਗਰ ਦਾ ਬਾਨੀ ਤਸੱਵੁਰ ਕੀਤਾ ਜਾਂਦਾ ਹੈ, ਜਿਹਦਾ ਮਕਸਦ ਮਜ਼ਹਬ, ਜ਼ਾਤ ਪਾਤ, ਨਸਲ, ਉਮਰ ਜਾਂ ਮਾਸ਼ਰਤੀ ਹੈਸੀਅਤ ਤੋਂ ਵੱਖ ਹੋ ਕੇ ਬਰਾਦਰੀ ਦੀ ਦੇਖਭਾਲ ਕਰਨਾ ਤੇ तमाम ਲੋਕਾਂ ਮਾਬੈਨ ਇਨਸਾਨੀ ਮਸਾਵਾਤ ਤੇ ਬਰਾਬਰੀ ਦੇ ਅਸੂਲਾਂ ਨੂੰ ਬਰਕਰਾਰ ਰੱਖਣਾ ਇਸ ਮਜ਼ਹਬ ਦਾ ਅਸਲ ਮਕਸਦ ਸੀ।
ਗੁਰਦੁਆਰਾ ਦਾਖਲ ਹੁੰਦੇ ਸਾਥ ਹੀ ਮਰਕਜ਼ੀ ਇਮਾਰਤ ਦੀ ਦਾਈਂ ਜਾਨਿਬ ਸੁਨਹਿਰੇ ਤੇ ਸਫੈਦ ਰੰਗ ਦੀ ਤਲਵਾਰ ਦੂਰੋਂ ਵਿਖਾਈ ਦਿੰਦੀ ਹੈ। ਇਹ ਨਿਸ਼ਾਨ ਸਾਹਿਬ ਹੈ। ਇਹਦੇ ਉੱਤੇ ਲਿਖਿਆ ਹੈ ਕਿ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਇਸ ਗੁਰਦੁਆਰੇ ਦਾ ਇਫਤਤਾਹ 2019 ਵਿੱਚ ਕੀਤਾ। ਮਰਕਜ਼ੀ ਇਮਾਰਤ ਦੀ ਗਰਾਊਂਡ ਫਲੋਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਰੱਖੀ ਗਈ ਹੈ ਤੇ ਉਤਲੀ ਮੰਜ਼ਿਲ ਤੇ ਸਿਰਫ ਸਿੱਖ ਇਬਾਦਤ ਤੇ ਗ੍ਰੰਥ ਪੜ੍ਹਨ ਲਈ ਜਾਂਦੇ ਨੇ। ਇਸ ਜਗ੍ਹਾ ਤੇ ਦੂਜੇ ਮਜ਼ਹਬ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੇ ਗ੍ਰੰਥ ਪੜ੍ਹੀ ਜਾਂਦੀ ਹੈ ਜਿਹਦੀ ਆਵਾਜ਼ ਪੂਰੇ ਗੁਰਦੁਆਰੇ 'ਚ ਗੂੰਜ ਗੁਰਦੁਆਰਾ ਡੇਰਾ ਸਾਹਿਬ ਦੀ ਇਮਾਰਤ 1920 ਤੋਂ ਲੈ ਕੇ 1929 ਦੇ ਦਰਮਿਆਨ ਵਿੱਚ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਬਹਾਦਰ ਨੇ ਦੁਬਾਰਾ ਤਾਮੀਰ ਕਰਵਾਈ ਸੀ। 1947 ਦੇ ਬਾਅਦ ਜਦੋਂ ਪਾਕਿਸਤਾਨ ਤੇ ਭਾਰਤ ਦੀ ਵੰਡ ਪਈ ਤੇ 1947 ਤੋਂ ਲੈ ਕੇ 2001 ਤੱਕ ਇਹ ਗੁਰਦੁਆਰਾ ਆਪਣੇ ਯਾਤਰੀਆਂ ਦਾ ਮੁੰਤਜ਼ਰ ਰਿਹਾ। 1995 ਵਿੱਚ ਹਕੂਮਤ ਪਾਕਿਸਤਾਨ ਨੇ ਇੱਕ ਵਾਰੀ ਫੇਰ ਇਹਦੀ ਮੁਰੰਮਤ ਕਰਾਈ। 1998 ਵਿੱਚ ਇਸ ਤੋਂ ਮਾਰੇ ਉਸ ਵਕਤ ਦੀ ਹਕੂਮਤ ਨੇ ਮੁਸ਼ਾਵਰਤਾਂ ਵੀ ਕੀਤੀਆਂ, ਪਰ ਕੋਰੀਡੋਰ ਨੂੰ ਆਬਾਦ ਕਰਨ ਤੇ ਸਿੱਖ ਮਜ਼ਹਬ ਦੇ ਪੈਰੋਕਾਰਾਂ ਦੀ ਅੱਖਾਂ ਨੂੰ ਠੰਡਕ ਪਾਉਣ ਦਾ ਸਾਰਾ ਸਹਿਰਾ ਇਮਰਾਨ ਖਾਨ ਦੀ ਹਕੂਮਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਦਿਨ ਰਾਤ ਤੇਜ਼ ਤਰੀਨ ਕੰਮ ਕਰਵਾ ਕੇ 9 ਮਹੀਨੇ ਦੀ ਰਿਕਾਰਡ ਮੁੱਦਤ ਵਿੱਚ ਕੋਰੀਡੋਰ ਨੂੰ ਤਾਮੀਰ ਕਰਵਾਇਆ। ਇਸ ਗੁਰਦੁਆਰੇ ਦਾ ਕੁੱਲ ਰਕਬਾ 800 ਏਕੜ ਦੱਸਿਆ ਜਾਂਦਾ ਹੈ, ਜਿਹਦੇ 660 ਏਕੜ ਤੇ ਕੋਰੀਡੋਰ ਜਦਕਿ 36 ਏਕੜਾਂ ਉੱਤੇ ਸਹਿਨ ਤੇ ਮਰਕਜ਼ੀ ਇਮਾਰਤ ਤਾਮੀਰ ਕੀਤੀ ਗਈ ਹੈ। ਬਾਕੀ ਦੇ 104 ਏਕੜਾਂ ਤੇ ਗਾਰਡਨ ਬਣਾਏ ਗਏ ਨੇ। ਗੁਰਦੁਆਰੇ ਦੀ ਕੁੱਲ ਤਾਮੀਰ ਉੱਤੇ ਤਕਰੀਬਨ 16 ਅਰਬ ਤੇ 55 ਕਰੋੜ ਦੀ ਲਾਗਤ ਦੱਸੀ ਜਾਂਦੀ ਹੈ ਤੇ ਇਹਦੀ ਤਾਮੀਰ 9 ਮਹੀਨੇ ਦੀ ਰਿਕਾਰਡ ਅਰਸੇ ਵਿੱਚ ਮੁਕੰਮਲ ਕੀਤੀ ਗਈ ਹੈ। ਗੁਰਦੁਆਰੇ ਦੇ ਬੂਹੇ ਸਿਰਫ ਮੁਸਲਮਾਨਾਂ ਤੇ ਸਿੱਖਾਂ ਵਾਸਤੇ ਨਹੀਂ ਬਲਕਿ 12 ਮਜ਼ਹਬਾਂ ਦੇ ਲੋਕਾਂ ਵਾਸਤੇ ਖੁੱਲ੍ਹੇ ਨੇ ਤੇ ਪਾਕਿਸਤਾਨ ਨੇ ਕੋਰੀਡੋਰ ਦੇ ਦਰਵਾਜ਼ੇ ਦੁਨੀਆ ਭਰ ਦੇ 14 ਕਰੋੜ ਸਿੱਖਾਂ ਵਾਸਤੇ ਖੋਲ੍ਹ ਕਰ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਪਾਕਿਸਤਾਨ ਵਿੱਚ ਅਗਲਿਆਤੀ ਬਰਾਦਰੀ ਨੂੰ ਇਬਾਦਤ ਤੇ ਮਜ਼ਹਬੀ ਰਸੂਮਾਂ ਦੀ ਅਦਾਇਗੀ ਦੀ ਪੂਰੀ ਆਜ਼ਾਦੀ ਹਾਸਲ ਹੈ। ਇਹੋ ਹੀ ਵਜ੍ਹਾ ਹੈ ਕਿ ਰੋਬ ਦਬਦਬੇ ਤੇ ਤਾਕਤਵਰ ਸਿੱਖ ਕੌਮ ਡੰਕੇ ਦੀ ਚੋਟ ਉੱਤੇ ਪਾਕਿਸਤਾਨ ਦੇ ਮੁਸਲਮਾਨਾਂ ਦੀ ਤਾਰੀਫ ਕਰਦੇ ਨਹੀਂ ਥੱਕਦੀ। ਭਾਰਤੀ ਸਰਕਾਰ ਦੀ ਪਾਕਿਸਤਾਨ ਤੋਂ ਨਫ਼ਰਤ ਤੇ ਦੁਸ਼ਮਣੀ ਆਪਣੀ ਜਗ੍ਹਾ, ਪਰ ਇਨਸਾਨੀਅਤ, ਮੁਹੱਬਤ ਤੇ ਭਾਈਚਾਰਾ ਨਫਾ ਨੁਕਸਾਨ ਤੇ ਮਜ਼ਹਬ ਦੇ ਰੋਲੇ ਤੋਂ ਵੱਧ ਕੇ ਹੈ। ਬਾਰਡਰ ਇਨਸਾਨੀਅਤ ਦੇ ਰਾਹ 'ਚ ਆੜੇ ਨਹੀਂ ਆ ਸਕਦੇ। ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਮੇਰੇ ਸਾਹਿਬ ਤੂੰ ਮਹਿਮਾਨ ਨੇ ਮਾਣੇ, ਸੁਣ ਸੁਣ ਜੀਵਾਂ ਤੇਰੀ ਬਾਣੀ।